ਜਨ ਨਗਰ ਗੋਬਿੰਦ ਗੁਰੂ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਭਗਤ ਵਚਨ, ਜਬਰ ਸ਼ਦਰ ਤਖਤ ਦੇ ਮਾਲਿਕ, ਲੋਕ ਪਰਲੋਕ ਦੇ ਸਹਾਇਕ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਇਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਾਡੇ ਵੱਡੇ ਭਾਗ ਹਨ ਜੋ ਸਤਿਗੁਰਾਂ ਨੇ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਕਰਕੇ ਆਪਣੀ ਪਾਵਨ ਚਰਨ ਸ਼ਰਨ ਵਿੱਚ ਬੈਠਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਧੰਨ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਮਿਹਰ ਕਰਕੇ ਆਪ ਜੀ ਦੇ ਨਗਰ ਦੇ ਵਿੱਚ ਚਰਨ ਪਾਏ, ਮਿਹਰਾਂ ਕੀਤੀਆਂ, ਅੱਜ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਰੂਪੋ ਕਰਕੇ ਮਿਹਰਾਂ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਆਪ ਜੀ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ, ਅੱਜ ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਬ੍ਰਹਮ ਦਾ ਉਪਦੇਸ਼, ਬ੍ਰਹਮ ਗਿਆਨ, ਸਤਸੰਗਤ ਦੀ ਵਡਿਆਈ ਸਾਨੂੰ ਸਮਝਾਉਂਦੇ ਹੈ। ਸਾਧ ਸੰਗਤ ਜੀ, ਜੋ ਇਹ ਪਾਵਨ ਪਵਿੱਤਰ ਆਪ ਜੀ ਨੇ ਬਚਨ ਸਰਵਣ ਕੀਤੇ ਨੇ, ਸ਼ਬਦ ਦਾ ਪਹਿਲਾ ਪਹਿਰਾ 4 ਇਹਦੇ ਵਿੱਚ ਪੌੜੀਆਂ ਹਨ। ਪਹਿਲੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਸ਼ਹਿਰ ਵਸਿਆ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਹੋ ਗਈ, ਉਸ ਤੋਂ ਬਾਅਦ ਉਚਾਰਨ ਕੀਤਾ ਹੈ। ਅਤੇ ਇਹਦਾ ਇਤਿਹਾਸਕ ਹਵਾਲਾ ਇਹ ਵੀ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਧੰਨ ਗਰੀਬ ਨਿਵਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਜਿਸ ਦਿਨ ਗੁਰਤਾ ਗੱਦੀ ਤੇ ਬੈਠੇ ਹੈ ਨਾ, ਸਾਧ ਸੰਗਤ ਜੀ, ਪਹਿਲੇ ਦਿਨ ਆਪ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੇਰੇ ਕਹਿਣ ਤੋਂ ਮੁਰਾਦ ਕੱਤਕ ਸੁਦੀ ਦੂਜ 1765 ਬਿਕਰਮੀ ਨੂੰ, ਜਿਸ ਦਿਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਗੁਰਮੁਖ ਪਿਆਰੇ ਧਰਮ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਮਨੀ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਹਰ ਸਿੰਘ ਜੀ, ਬਾਬਾ ਸੰਤੋਖ ਸਿੰਘ ਜੀ, ਐਸੇ ਪਿਆਰੇ ਅਨਿੰਨ ਗੁਰਮੁਖ ਗੁਰਸਿੱਖ ਜੋ ਸਾਹਿਬਾਂ ਦੇ ਨਾਲ ਹਜ਼ੂਰ ਸਾਹਿਬ ਨੇ, ਨੰਦੇੜ ਨੇ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਪਹਿਲੇ ਸਤਿਗੁਰੂ ਜੀ ਜਦੋਂ ਜੋਤ ਸਰੂਪ ਬਦਲਿਆ ਕਰਦੇ ਸਨ, ਸਰੀਰ ਬਦਲਿਆ ਕਰਦੇ ਸਨ, ਮਹਾਰਾਜ ਉਸ ਸਮੇਂ ਗੁਰਤਾ ਗੱਦੀ ਬਖਸ਼ਿਸ਼ ਕਰਦੇ ਹੁੰਦੇ। ਆਪ ਜੀ ਕਿਰਪਾ ਕਰੋ, ਕਿਹਨੂੰ ਗੁਰਤਾ ਗੱਦੀ ਦੇ ਰਹੇ ਹੋ? ਤਾਂ ਉਸ ਸਮੇਂ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅੰਮ੍ਰਿਤ ਵੇਲੇ ਜਦੋਂ ਦੀਵਾਨ ਸਜਿਆ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਦੇ ਤਖਤ ਉੱਪਰ ਸੁਭਾਇਮਾਨ ਹੈ। ਜਿਸ ਅਸਥਾਨ ਦੇ ਉੱਤੇ ਹਜ਼ੂਰ ਸਾਹਿਬ ਵੱਡਾ ਨਿਸ਼ਾਨ ਸਾਹਿਬ ਸੁਭਾਇਮਾਨ ਹੈ ਨਾ, ਉਸ ਪਾਵਨ ਅਸਥਾਨ ਦੇ ਉੱਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਸ ਦਿਨ ਜੋਤੀ ਜੋ ਸਮਾਇਆ ਉਦਣ ਵੀ ਕੀਤਾ ਸੀ। ਗੁਰਮੁਖ ਵਿਦਵਾਨ ਮਹਾਂਪੁਰਖ ਇਹ ਵੀ ਦੱਸਦੇ ਆ ਕਿ ਜਿਸ ਥਾਂ ਦੇ ਉੱਤੇ ਹੁਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਸੁਭਾਇਮਾਨ ਹੁੰਦੇ ਆ, ਸ੍ਰੀ ਸੱਚਖੰਡ ਅਬਚਲ ਨਗਰ ਹਜੂਰ ਸਾਹਿਬ, ਜਦੋਂ ਸਤਿਗੁਰੂ ਜੀ ਦੇ ਆਪਾਂ ਦਰਸ਼ਨ ਕਰਨ ਜਾਂਦੇ ਨਾ, ਜਿੱਥੇ ਹੁਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਹੁੰਦੇ ਆ, ਕਈ ਗੁਰਮੁਖ ਵਿਦਵਾਨ ਮਹਾਂਪੁਰਖ ਕਹਿੰਦੇ ਉੱਥੇ ਪ੍ਰਕਾਸ਼ ਸੀ ਜਿਸ ਦਿਨ ਗੁਰਤਾ ਗੱਦੀ ਦਿੱਤੀ ਹੈ। ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਪੈਸੇ ਤੇ ਨਾਲੀਏਰ ਰੱਖ ਕਰਕੇ ਅੱਗੇ ਮੱਥਾ ਟੇਕਿਆ। ਪਿੱਛੇ 5 ਸਿੰਘ ਖੜੇ ਨੇ,
महाराज की हजूरी विच भाई मनी सिंह जी चौर बरदार ने, चौर साहब कर रहे हैं भाई मनी सिंह जी। पिछे प्यारे धर्म सिंह जी पंजां प्यारियां विचों प्यारे दया सिंह 2 महीने पहला सचखंड सुभाईमान हो गए सन। उस समय पंजां प्यारियां विचों जिन्हां सीस भेंट करके अमृत छकिया ना, उन्हां विचों केवल प्यारे धर्म सिंह जी सन। दूसरे ने बाबा दीप सिंह जी, बाबा गुरबख्श सिंह जी, बाबा हर सिंह जी, बाबा संतोख सिंह जी, जो हजूर साहब के पहले जथेदार हुए। इस तरह 5 प्यारे ते 6वां ग्रंथी सिंह भाई साहब भाई मनी सिंह जी महापुरुष चौर बरदार है। साहिब गुरु गोबिंद सिंह जी महाराज ने 5 पैसे नालियल रख करके मत्था टेकिया, परिक्रमा कीतियां ने 5। उस दिन तो 5 परिक्रमा की मर्यादा आरंभ हुई। 5 परिक्रमा करन तो बाद वचन उच्चारण किया, दोहरा आग्या भैया काल की तभी चलायो पंथ, सब सिखन को हुक्म है गुरु मान्यो ग्रंथ, गुरु ग्रंथ जी मान्यो प्रगट गुरां की देह, जो प्रभु को मिलियो चाहे खोज शब्द मैले। ये आप जी ने 2 दोहरे उच्चारण किए हैं। कई अखर अगे पिछे कविता दे विच करके विद्वाना ने लिखे है, ज्ञानी ज्ञान सिंह ने लिखा है, भाई सुमेर सिंह जी श्री पटना साहिब जी दे जो जहेदार होए है तख्त श्री हरमंदर जी दे जथेदार, उन्होंने भी प्रेम सो मार्ग विच पहला लिखिया है। उस तो बाद ज्ञानी ज्ञान सिंह ने भी लिखिया। किते दे लिखे सन ना दोहरे जितों इन्होंने लिखे है, अपने कोलों तो इन्हें कविता बना नहीं लई पूरी, उपरों किसी चीज़ नूं सुन के या वेख के ही बनाए जाते हैं ना। जिहड़े लोग ये गल्लां कहंदे ज्ञानी ज्ञान सो ने दोहरा लिखिया, वो बिल्कुल विचारे बेसमझ ने, अणजाण ने। असल में भाई हर सिंह जी ने लिखे है, साहिब गुरु गोबिंद सिंह जी ने उस समय उच्चारण किए सन। सानू हुक्म किया कि साहिब गुरु ग्रंथ साहिब जी महाराज अज तो गुरु हैं, मत्था टेकिया। तो उस तो बाद भाई साहब भाई मनी सिंह जी अमर शहीद गुरमुखा ने बचन हुक्मनामा साहब लिया है। उस समय श्री मुखवाक आए ने, सुही महला 5वां, अब चल नगर गोबिंद गुरु का, नाम जपत सुख पाया राम, मन इच्छे से ही फल पाए, करता आप वसाया राम। ये श्री मुखवाक पूरे पढ़े है। उस तो बाद फतेह बुलाई है। 3 दिन दाता सतगुरु जी इस तो बाद अपना स्वरूप जिहड़ा वो प्रगट रूप विच जोत स्वरूप अविनाशी स्वरूप जिहड़ा है वो अबचलन हजूर श्री हजूर अबचल नगर सचखंड विखे रखिया है। नंदेड़ जिसनूं साहब आपां जां छोटे रूप विच हजूर साहब कह दिंदे। 3 दिन महाराज जी फिर दर्शन देंदे रहे। दर्शन हुंदे है पर चरण हाथ च नहीं आउंदे। प्यारे धर्म सिंह जी ने बेनती की, महाराज जी पहला तो आप जी के चरण भी हाथ च आउंदे, स्पर्श हुंदे, हुण आप जी का स्वरूप जिहड़ा वो दिखाई देंदा है पर चरण नहीं आउंदे। पिता सतगुरु गुरु गोबिंद सिंह जी कहण लगे, प्यारे धर्म सिंह जी असली साडा स्वरूप इहो ही है, जोत है। शरीर अहीं तत्तां च मिला दिता। वेखो अज जिहड़ा चानण जोत है ना ब्रह्म, वो फिर भी सामने दर्शन देंदे रहे 3 दिन। कहंदे अज तो बाद ये पंचमी वाले दिन का बचन है। महाराज जी कहण लगे अज तो बाद ये स्वरूप जिहड़ी जोत है ये साहिब गुरु ग्रंथ साहिब जी महाराज विच होवेगी। जोत ग्रंथ विच ते शरीर पंथ विच, यानी कि जे साडे शरीरक दर्शन करने हैं तो खालसे दे सिखां दे,
ਤੇ ਜੋਤ ਸਰੂਪ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੀ ਜੋਤ ਹੈ। ਤਾਈਓ ਬਚਨ ਕਹਿਣਾ ਪੋਥੀ ਪਰਮੇਸ਼ਰ ਕਾ ਥਾਨ, ਪਰਮਾਤਮਾ ਵੀ ਜੋਤ ਸਰੂਪ ਹੈ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹ ਜੋਤ ਰੱਖੀ। ਜਿਨ੍ਹਾਂ ਦੇ ਹਿਰਦੇ ਵਿੱਚ ਇਹ ਬਾਣੀ ਸਮਾ ਜਾਏਗੀ, ਉਹਨਾਂ ਦੇ ਹਿਰਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਜੋਤ ਸਮਾ ਜਾਂਦੀ ਹੈ। ਫਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਹਿਰਦੇ ਵਿੱਚ ਆਪ ਬੈਠ ਜਾਂਦੇ ਨੇ। ਫਿਰ ਉਹ ਬਣ ਜਾਂਦਾ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਐਸਾ ਆਪ ਜੀ ਨੇ ਉੱਤੇ ਕੌਤਕ ਕੀਤਾ ਹੈ। ਕਰਨ ਕਾਰਨ ਦੀ ਸਾਖੀ ਨੂੰ ਕਿਹਾ ਜਾਂਦਾ ਹੈ। ਅੱਜ ਵੀ ਦੀਵਾਲੀ ਵਾਲੇ ਦਿਹਾੜੇ ਇਹ ਕਰਨ ਕਾਰਨ ਦੀ ਸਾਖੀ ਭਾਵ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗਵਾਹੀ, ਉਹਨਾਂ ਦਾ ਇਤਿਹਾਸ ਸੁਣਾਇਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਉਹ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਜੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਭਾਈ ਨਾਸ ਹੋਣ ਤੋਂ ਰਹਿਤ ਜਿਹੜਾ ਨਗਰ ਵਸਿਆ ਹੋਇਆ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਗੋਬਿੰਦ ਪਰਮਾਤਮਾ ਦਾ ਹੈ। ਪਰਮਾਤਮਾ ਦੇ ਸਰੂਪ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦਾ ਹੈ। ਗੁਰੂ ਕਾ ਚੱਕ ਜਿਹੜੇ ਤੇ ਨਾਮ ਜਪਣਗੇ ਉਹ ਆਤਮਿਕ ਸੁਖ ਨੂੰ ਪ੍ਰਾਪਤ ਕਰਨਗੇ, ਉਹਨਾਂ ਨੂੰ ਆਤਮਿਕ ਸੁਖ ਮਿਲੇਗਾ। ਨਾਸ ਹੋਣ ਤੋਂ ਰਹਿਤ ਜੋ ਗੋਬਿੰਦ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਸਰੂਪ ਨੇ। ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਇਹਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਵਸ ਰਹੀ। ਨਗਰ ਕਹਿੰਦੇ ਸ਼ਹਿਰ ਨੂੰ। ਇਹਨਾਂ ਦੇ ਵਿੱਚ ਭਗਤਾਂ ਦੀ ਜੋਤ ਵਸ ਰਹੀ ਹੈ। ਇਹਨਾਂ ਦੇ ਵਿੱਚ ਭੱਟ ਸਾਹਿਬਾਨਾਂ ਦੀ ਜੋਤ ਵਸ ਰਹੀ ਹੈ, ਜਿਨ੍ਹਾਂ ਦੀ ਬਾਣੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਹੈ ਰਾਗਮਾਲਾ। ਇਹ ਜਿਹੜੇ ਭਗਤ ਸਾਰੇ ਵਸ ਰਹੇ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਇਹ ਨਗਰ ਹੀ ਵਸ ਰਿਹਾ ਹੈ, ਗੁਰੂ ਕਾ ਨਗਰ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਾਸ ਹੋਣ ਤੋਂ ਰਹਿਤ ਨੇ ਤੇ ਜਿਹੜੇ ਨਾਮ ਜਪਣਗੇ ਬਾਣੀ ਪੜ੍ਹਨਗੇ ਉਹ ਆਤਮਿਕ ਸੁਖ ਪਾਉਣਗੇ। ਜੋ ਨਾਸ ਹੋਣ ਤੋਂ ਰਹਿਤ ਸੱਚਖੰਡ ਜੋਤ ਸਰੂਪ ਬ੍ਰਹਮ ਦਾ ਨਗਰ ਹੈ, ਜੋ ਵਸਾਇਆ ਹੋਇਆ ਸੰਸਾਰ ਹੈ, ਇਹਦੇ ਵਿੱਚ ਜਿਹੜੇ ਸਰੀਰ ਧਾਰਨ ਕਰਕੇ ਆਉਂਦੇ ਆ, ਜਿਹੜੇ ਵੀ ਨਾਮ ਜਪਣਗੇ ਸਤ ਸੰਗਤ ਦੇ ਵਿੱਚ, ਜੋ ਨਾਸ ਹੋਣ ਤੋਂ ਰਹਿਤ ਪਰਮਾਤਮਾ ਦੀ ਵਸਾਇਆ ਹੋਇਆ ਹੈ। ਕਿਉਂਕਿ ਸੰਗਤ ਦੇ ਵਿੱਚ ਵਾਹਿਗੁਰੂ ਜੀ ਵਸਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਹੜੇ ਸੰਗਤ ਵਿੱਚ ਆ ਕੇ ਨਾਮ ਜਪਣਗੇ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ। ਮਨ ਇੱਛੇ ਸੇਈ ਫਲ ਪਾਏ। ਉਹ ਮਨ ਦੀ ਇੱਛਾ ਅਨੁਸਾਰ, ਜਿਸ ਤਰ੍ਹਾਂ ਕਿਸੇ ਦੀ ਇੱਛਾ ਹੈ। ਹਰਿਮੰਦਰ ਸਾਹਿਬ ਜਿਵੇਂ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਉੱਥੇ ਜਿਹੜੇ ਸੇਵਾ ਕਰਦੇ ਆ, ਜੋ ਚਾਹੁੰਦੇ ਆ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਆ। ਅਬਚਲ ਨਗਰ ਹਜੂਰ ਸਾਹਿਬ ਜਿਹੜੇ ਵੀ ਸੇਵਾ ਕਰਦੇ ਪ੍ਰੇਮ ਭਾਵਨਾ ਦੇ ਨਾਲ, ਉਹਨਾਂ ਨੂੰ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਨੇ। ਜਿਹੜੇ ਸਤਸੰਗਤ ਵਿੱਚ ਆ ਕੇ ਸਰੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨਗੇ, ਬਾਣੀ ਪੜ੍ਹਨਗੇ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਨ ਤਿਆਰ ਕਰਨਗੇ, ਜਿਹੜੇ ਆ ਕਰਕੇ ਕਥਾ ਕੀਰਤਨ ਕਰਨ ਸੁਣਨਗੇ, ਉਹਨਾਂ ਨੂੰ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਹਨ। ਕਰਤਾ ਆਪ ਵਸਾਇਆ ਰਾਮ। ਇਹ ਸਾਰੀਆਂ ਦਾਤਾਂ ਕਰਤੇ ਪੁਰਖ ਵਾਹਿਗੁਰੂ ਨੇ ਆਪ ਵਸਾਉਣੀਆਂ ਕੀਤੀਆਂ ਨੇ ਸਤਸੰਗਤ ਦੇ ਵਿੱਚ। ਸ੍ਰੀ ਹਰਿਮੰਦਰ ਸਾਹਿਬ ਵਿੱਚ, ਸ੍ਰੀ ਹਜੂਰ ਸਾਹਿਬ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਜੋਤ ਸਮਾਈ ਹੈ ਦਸਮ ਸਰੂਪ ਵਿੱਚ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ। ਆਹੀ ਕਰਤੇ ਪੁਰਖ ਵਾਹਿਗੁਰੂ ਦੇ ਸਰੂਪ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਗੁਰਬਾਣੀ ਦਾ ਨਗਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ। ਤੇ ਜਿਹੜੇ ਲੜ ਲੱਗਣਗੇ ਸਤ ਸੰਗਤ ਦੇ, ਉਹ ਸਾਰੇ ਹੀ ਸੁਖ ਪਾਉਣਗੇ। ਪੁੱਤ ਭਾਈ ਸਿੱਖ ਬਿਗਾਸੇ। ਜਿਸ ਤਰੀਕੇ ਨਾਲ ਪੁੱਤਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅਤੇ ਭਰਾ ਸਹਾਰੀ ਮਲ ਜੀ, ਉਹਨਾਂ ਨੂੰ ਵੀ ਬ੍ਰਹਮ ਗਿਆਨ ਪ੍ਰਾਪਤ ਹੋਇਆ। ਸਾਰੇ ਬੜੇ ਪ੍ਰਸੰਨ ਹੋਏ, ਸਾਰੇ ਬੜੇ ਖੁਸ਼ ਹੋਏ ਨੇ, ਬੜੀਆਂ ਬਖਸ਼ਾਂ ਲਈਆਂ ਨੇ।
ਇਸੇ ਤਰੀਕੇ ਨਾਲ ਪੁੱਤ ਨਾਮ ਪਵਿੱਤਰਤਾ ਦਾ। ਜਿਹੜੇ ਭਾਈ ਜੋਤ ਸਰੂਪ ਗੁਰਸਿੱਖ ਬਣ ਗਏ ਆ ਨਾ, ਪਵਿੱਤਰ ਹੋ ਗਏ ਨੇ ਜਿਹੜੇ, ਉਹ ਸਦਾ ਹੀ ਖੜਾਅ ਵਿੱਚ ਆਨੰਦ ਵਿੱਚ ਰਹਿੰਦੇ ਹਨ। ਗੁਣ ਗਾਵਹਿ ਪੂਰਨ ਪਰਮੇਸ਼ਵਰ, ਜਿਹੜਾ ਪੂਰਨ ਹੈ, ਜਿਹੜਾ ਪਰਮ ਈਸ਼ਰ ਹੈ, ਸ਼ਿਵ ਜੀ, ਵਿਸ਼ਨੂੰ, ਗਣੇਸ਼, ਸ਼ਕਤੀ ਤੇ ਸੂਰਜ, ਇਹ ਹਿੰਦੂ ਮਤ ਵਿੱਚ 5 ਈਸ਼ਰ ਮੰਨੇ। ਇਹਨਾਂ ਨੂੰ ਵੀ ਬਣਾਉਣ ਵਾਲਾ ਜਿਹੜਾ ਵਾਹਿਗੁਰੂ ਹੈ ਨਾ, ਪਾਰ ਬ੍ਰਹਮ ਹੈ, ਉਹਦਾ ਜਿਹੜਾ ਗੁਣ ਗਾਵੇਗਾ ਉਹ ਪਰਿਪੂਰਨ ਪਰਮਾਤਮਾ ਦੀਆਂ ਬਖਸ਼ਾਂ ਲਵੇਗਾ। ਕਾਰਜ ਆਇਆ ਰਾਸੇ, ਇਹ ਮਨੁੱਖਾ ਜਨਮ ਦਾ ਜਿਹੜਾ ਕਾਰਜ ਹੈ ਨਾ, ਮੁਕਤੀ ਪ੍ਰਾਪਤ ਕਰਨੀ, ਇਹ ਵੀ ਰਾਸ ਆ ਜਾਏਗਾ। ਜਿਹੜਾ ਸ੍ਰੀ ਹਰਿਮੰਦਰ ਸਾਹਿਬ ਆ ਕੇ ਸੇਵਾ ਸਿਮਰਨ ਕਰਨਗੇ, ਹਜ਼ੂਰ ਸਾਹਿਬ ਕਰਨਗੇ, ਜਾਂ ਸਤਸੰਗਤ ਦੇ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਸਤਸੰਗਤ ਦੀ ਸੇਵਾ ਕਰਨਗੇ, ਉਹਨਾਂ ਦਾ ਮਨੁੱਖਾ ਜਨਮ ਰੂਪੀ ਕਾਰਜ ਰਾਸ ਆ ਜਾਏਗਾ। ਦੁਨਿਆਵੀ ਕੰਮ ਵੀ ਰਾਸ ਆ ਜਾਣਗੇ, ਬਣ ਜਾਣਗੇ। ਪ੍ਰਭ ਆਪ ਸੁਆਮੀ ਆਪੇ ਰੱਖਾ, ਉਹ ਪ੍ਰਭੂ ਆਲ ਪੁਰਖ ਵਾਹਿਗੁਰੂ ਆਪ ਹੀ ਧੰਨ ਗੁਰੂ ਨਾਨਕ ਦੇਵ ਜੀ ਸਰੂਪ ਮਾਲਿਕ ਹੈ, ਤੇ ਆਪ ਹੀ ਉਹਨਾਂ ਨੇ ਆਪਣੀ ਜੋਤ ਰੱਖਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਸਤਸੰਗਤ ਦੇ ਵਿੱਚ ਸ਼ਕਤੀਆਂ ਰੱਖੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰੀਆਂ ਸ਼ਕਤੀਆਂ ਰੱਖੀਆਂ ਨੇ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦਾਹੁ ਪੁਰਖ ਵਿਦਾਹਤ ਤਾ ਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਤਰ੍ਹਾਂ ਬਖਸ਼ਾਂ ਕੀਤੀਆਂ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਮਹਾਰਾਜ ਨੇ ਸ਼ਕਤੀਆਂ ਰੱਖੀਆਂ। ਬਚਨ ਹੈ, ਬਚਨਾਂ ਨਾਲ ਹੀ ਬਖਸ਼ਾਂ ਮਿਲਦੀਆਂ। ਬਚਨਾਂ ਦੁਆਰਾ ਆਪ ਹੀ ਆਪਣਾ ਆਪ ਰੱਖਿਆ ਹੈ। ਆਪ ਪਿਤਾ ਆਪ ਮਾਇਆ, ਗੁਰਸਿੱਖੋ ਆਪ ਹੀ ਪਾਰ ਬ੍ਰਹਮ ਪਰਮਾਤਮਾ ਰੂਪ ਪਿਤਾ ਹੈ। ਆਪ ਹੀ ਮਾਇਆ ਸ਼ਕਤੀ ਰੂਪ ਹੋ ਕਰਕੇ ਸਾਰੇ ਸੰਸਾਰ ਦੇ ਕਾਰਜ ਸਵਾਰ ਰਿਹਾ। ਆਪ ਹੀ ਪਿਤਾ ਸਾਹਿਬ ਗੁਰੂ ਰਾਮਦਾਸ ਜੀ ਸਰੂਪ ਨੇ। ਆਪ ਹੀ ਮਾਤਾ ਭਾਨੀ ਜੀ ਰੂਪ ਹਨ। ਆਪ ਹੀ ਪਿਤਾ ਸਾਰਿਆਂ ਦੀ ਪਾਲਣਾ ਕਰ ਰਹੇ ਨੇ, ਰੱਖਿਆ ਕਰ ਰਹੇ ਨੇ, ਸਾਰਿਆਂ ਦੇ ਪਿਤਾ ਰੂਪ ਹੋ ਕਰਕੇ। ਆਪ ਹੀ ਮਾਤਾ ਰੂਪ ਹੋ ਕਰਕੇ ਬ੍ਰਹਮ ਗਿਆਨ ਦਾ, ਨਾਮ ਸਿਮਰਨ ਭਜਨ ਦਾ ਰਸ ਜਿਹੜਾ ਹੈ ਉਹ ਛਕਾ ਰਹੇ ਨੇ ਸੰਗਤਾਂ ਨੂੰ। ਜਿਵੇਂ ਬੱਚੇ ਨੂੰ ਮਾਂ ਦੁੱਧ ਪਿਆਉਂਦੀ ਹੈ ਆਪਣੇ ਸਰੀਰ 'ਚੋਂ ਹੀ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮਾਤਮਾ ਜਿਹੜਾ ਹੈ ਨਾ, ਸੰਗਤ ਰੂਪੀ ਸਰੀਰ ਧਾਰਨ ਕਰਕੇ ਆਪਣੇ ਭਗਤਾਂ ਨੂੰ, ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਨਾਮ ਰਸ ਪਿਆ ਰਹੇ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਸਤਿਗੁਰਾਂ ਤੋਂ ਬਲਿਹਾਰ 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 ਜਾਣਾ ਕਰੀਏ। ਜਿਨ ਇਹੋ ਥਾਨ ਸੁਹਾਇਆ, ਜਿਨ੍ਹਾਂ ਨੇ ਇਹ ਅਸਥਾਨ ਸ਼ੋਭਨੀਕ ਕੀਤਾ, ਧੰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਧੰਨ ਨੇ ਸਾਹਿਬ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਇਹ ਅਸਥਾਨ ਸ਼ੋਭ ਰਿਹਾ। ਧੰਨ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਅਸਥਾਨ ਨੰਦੇੜ ਸ਼ਹਿਰ ਦੇ ਵਿੱਚ ਅਬਚਲ ਨਗਰ, ਸੱਚਖੰਡ ਤਖਤ ਸ੍ਰੀ ਹਜ਼ੂਰ ਅਬਚਲ ਨਗਰ ਸ਼ੋਭਾ ਪਾ ਰਹੇ ਨੇ। ਉਹ ਅਸਥਾਨ ਸ਼ੋਭਨੀਕ ਕੀਤੇ ਨੇ। ਅਥਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਅਸਥਾਨ ਸ਼ੋਭ ਰਿਹਾ ਹੈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤੇ ਗੁਰਬਾਣੀ ਸਰੂਪ ਹੋ ਕਰਕੇ। ਜਿਵੇਂ ਗੁਰਮੁਖ ਪਿਆਰੇ ਦੋਹਰਾ ਵੀ ਪੜ੍ਹਦੇ ਆ ਨਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ੍ਰੀ ਗੁਰੂ ਗ੍ਰੰਥ ਮਝਾਰ। ਅਸਲ ਵਿੱਚ ਦੋਹਰਾ ਇਸ ਤਰ੍ਹਾਂ ਹੈ ਪੁਰਾਤਨ। ਨਾਨਕ ਗੁਰੂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਗੁਰ ਅਵਤਾਰ ਕਿਹਾ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਕਵੀ ਜੀ, ਜਿਨ੍ਹਾਂ ਵਿਦਵਾਨਾਂ ਮਹਾਂਪੁਰਖਾਂ ਨੇ ਦੋਹਰਾ ਬਣਾਇਆ ਨਾ, ਉਹ ਕਹਿੰਦੇ ਨੇ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰਨ ਗੁਰ ਅਵਤਾਰ, ਪੂਰਨ ਪਰਮਾਤਮਾ ਵਾਹਿਗੁਰੂ ਦੇ ਅਵਤਾਰ ਹਨ, ਗੁਰੂ ਰੂਪ। ਜਗਮਗ ਜੋਤ ਬਿਰਾਜ ਰਹੀ, ਉਹ ਹੁਣ
पूरे जलाओ दे विच आनंद दे विच जोत जिहड़ी बराज रही है श्री गुरु ग्रंथ मजार साहिब श्री गुरु ग्रंथ साहिब जी महाराज दे विच। पर हुण आम ये दोहरा इस तरह पढ़ते हैं, नानक गुरु गोबिंद सिंह पूरन गुर अवतार जगमग जोत बिराज रही श्री अबचल नगर मजार। वो अबचल नगर भी जे कह लीए वो हजूर साहब नंदेड़ नाल ही कला जोड़ते हैं। नहीं भाई, साहिब गुरु ग्रंथ साहिब जी महाराज विच 10 पातशाहियां की जोत रखी, ये तो सारे थावां ते बिराज रही। जे आपां इस दोहरे विच अबचल नगर दा अर्थ हजूर साहब करांगे, इदां करन नाल हजूर साहब की वड्डी वडियाई नहीं हो जानी। हाँ, पर संगतां दे प्रति जो सच्चा उपदेश है वो पहुँचाउण विच जरूर रुकावट पवेगी। ये सचखंड वासी ज्ञानी महापुरख बाबा मोहन सिंह जी जिहड़े भिंडरां वाले है ना, उन्होंने मंगलाचरण करते हुए मैं सुनिया है, जिहड़ा मैं आप जी नूं दोहरा दस्सिया ना, ये वो दोहरा पढ़िया करते जो साहिब गुरु ग्रंथ साहिब की हजूरी संगरांद वाले दिन कथा करते सन उदों, तो उन्हों की 100 साल तो वड्डी उम्र हुई है। तो महापुरख ब्रह्म ज्ञानी सचखंड वासी संत ज्ञानी गुरबचन सिंह खालसा जी की उन्होंने संगत की है। होर महापुरखों की भी उन्होंने संगत की है। एडे पंथ के वड्डे विद्वान हुए हैं। तो जदों उन्होंने मुखों मैं बचन सुनिया ना, जगमग जोत बिराज रही श्री गुरु ग्रंथ मजार, नानक गुरु गोबिंद सिंह पूरन गुर अवतार जगमग जोत बिराज रही श्री गुरु ग्रंथ मजार। मेरे मन दे विच उसे समय हाँ ये बचन शब्द इस तरह ही है। साहिब गुरु ग्रंथ साहिब जी ने गुरता गद्दी बख्शिश की है। ये जड़ा स्थान है पोथी परमेश्वर का थान, ये शोभा पा रहे हैं। साहिब गुरु ग्रंथ साहिब जी महाराज सच्चे पातशाह जी अविनाशी स्वरूप जड़े हैं ना, वो कृपा कर रहे हैं। कहो नानक सतगुर बलिहारी जिन्हें उथान सुहाया, जिन्होंने ऐसा स्थान सदा सदा वास्ते जुगो जुग अटल धन धन गुरु ग्रंथ साहिब जी स्वरूप स्थान सुभायमान किए हैं। इस सत्संगत नूं वडियाई बख्शी महाराज गुरु ग्रंथ साहिब सच्चे पातशाह जी दी पावन हजूरी विच जिहड़ी सत्संगत सदा शोभा पाउंदी है, ये वो स्थान सुभायमान है। घर मंदिर हट नाले सोहे। भाई जो साहिब गुरु रामदास जी ने गुरु का चक वसाया है, गुरु के महल घर शोभा पा रहे हैं, मंदिर मकान बने हुए 2 छत्ते शोभा पा रहे हैं। हट नाले नाल गुरु का बाजार, माई सेवा बाजार इत्यादि के सारे ही शोभा पा रहे हैं। घर सत्संगत जो है ये मंदिर जड़ा शरीर ये विच आ करके बैठते ने, ये भी तारे शोभा पा रहे हैं। तो जेड़े गुरमुख प्यारे जिग्यासू हैं, इन्हां दे जेड़े इंद्रे हैं ये अंग ने साहिब गुरु ग्रंथ साहिब सच्चे पातशाह जी के दर्शन करके लाभ लेंदे, जिवें हट्टियां तो लाभ लईदा, कन कथा कीर्तन सुन के लाभ लै रहे हैं। इस तरीके नाल बख्शियां प्राप्त कर रहे हैं। जिस विच नाम निवासी राम, जिन्हां दे विच नाम जपण वाले गुरमुख गुरसिख जिहड़े आ वासा करते हैं। प्रतक्ष श्री अमृतसर साहिब वो भी जिन्हां दे विच गुरमुख गुरसिख वसदे है, संगतां आउंदियां दूरों दूरों दर्शन दीदार करन वास्ते फिर रहिंदे, वो भी शोभा पाउंदे। अथवा ये जिहड़ा शरीर है ना, अमीर ते गरीब जिन्ने गुरमुख प्यारे ने, बाजारां दी न्याई जिहड़े इंद्रे बने हुए ने जग्यासू, इन्हां द्वारा लाभ लै रहे ने, नाम नूं जप रहे ने शरीर विच वसदे होए। संत भगत हर नाम आराधा है। संत जिहड़े स्वास स्वास सिमरन करन वाले ने, भगत जिहड़े भै भावनी वाले गुरमुख हन,
अथवा संत साहिब गुरु रामदास सच्चे पातशाह जी उन्हां दी संगत करते हुए भगत गुरमुख गुरसिख जिहड़े है वो नाम नूं आराधदे हन। कटिया जम की फांसी राम ते नाम जपण दा लाभ है उन्हां दी जमदूतां दीयां फाहियां कट्टियां जाणगीਆਂ। काटी जम फांसी प्रभ अविनाशी जो नास होण तो रहत चेतन स्वरूप ब्रह्म है ना ओहो ही जमदूतां दीयां फाहियां कटदे हन। हर हर नाम ध्याए ਜਿਹੜੇ परमात्मा दा मन बाणी करके नाम ध्याउंदे हन। सागल समग्री पूरन होई ज्ञान दी ਜਿਹੜੀ पूर्ण समग्री है ना वो सारी ਹਿਰਦੇ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੈਤਰੀ ਮੁੱਤਾ ਉਪੇਖਿਆ ਇਹ ਸ਼ੁਭ ਗੁਣਾਂ ਦੀ ਸਮੱਗਰੀ ਜਿਹੜੀ ਹੈ ਇਹ ਪੂਰੀ ਹੋ ਜਾਂਦੀ ਹੈ। ਅਥਵਾ ਘਰ ਵਿੱਚ ਜਿਹੜੇ ਪਦਾਰਥਾਂ ਦੀ ਘਾਟ ਹੈ ਸਮੱਗਰੀ ਹੋਏਗੀ ਤਾਂ ਲੰਗਰ ਬਣੇਗਾ ਨਾ। आटा होएगा तो रोटी पकेगी, सब्जी होएगी तो कुछ भाजी बनेगी, दाल होएगी, लूण मिर्च मसाला समग्रियां ही है सारी। ये सारियां समग्रियां नाम जपण वालियां दे घर विच पदार्थ हो जाते हैं। मन इच्छे फल पाए मन की इच्छा अनुसार सारियां नूं फल प्राप्त हुंदा है। संत सजन सुख मान हर लिया ते जिहड़े संत ने सज्जन जिहड़े गुरमुख प्यारे मदद करन वाले लोग परलोक विच वो मन दी इच्छा अनुसार ब्रह्मानंद माणदे हन। दुख दर्द भ्रम नासी ते जिहड़ा दुख है दुख विछोड़ा एक दुख भूख एक दुख सख्त वार जमदूत एक दुख रोग लगा तन धाए वैद न भोले दारू लाए ये दुख भी सारे दूर हो जाते उन्हां दे। दर्द जिहड़े अविद्या दे है पछतावा इत्यादक के नाम सिमरन दा रस क्यों नहीं मान रहे ये जड़े ये दर्द भी दूर हो गए। भ्रम जड़े है भेद परम करता परम पुन संग परम विकार ब्रह्मित्र जग सत है पंचो भरम संसारे सारे नाश हो गए। शब्द सवारे सतगुर पूरा पूरे सतगुरु साहिब गुरु नानक देव जी ने पावन बाणी बख्शियां द्वारा सवारना किया अपने गुरसिखां नूं। नानक साध बाल जासी साहिब श्री गुरु अर्जन देव जी कहते ऐसे सतगुरां तो सदा बलिहार जाओ सदा बलिहार जाओ। धन साहिब गुरु ग्रंथ साहिब जी महाराज जी अपने शब्द द्वारा बाणी द्वारा किन्नियां नूं सवार दिता कोई गिनती नहीं कोई गिनती नहीं। जदों दे गुरता गद्दी ते सुभाईमान होए है ऐसे पूर्ण सतगुरु साहिब गुरु ग्रंथ साहिब तो बलिहार बलिहार जाना करिए। दात खसम की पूरी होई नित नित चढ़ा सवाई राम। हुण तीजी पौड़ी विच बख्शिश करते हैं भाई जो दात है ना मालिक सतगुरां दी वो पूरी है घट नहीं है। आम संसारी लोगों वालों दित्तियां हुई दातां घटी जांदियां। श्री हरमंदर साहिब वेखीए संगतां दिनों दिन वधदियां ही जांदियां ते दातां भी सारिआं नूं मिलदियां रहिंदियां ते साहिब गुरु ग्रंथ साहिब जी महाराज की भी दात पूरी है पूरी बख्शिश होंदी है। ते नित नित जिहड़े नाम जपदे आ रोज़ नित नेम करदे आ नित ही मर्यादा विच रहिंदे आ उन्हां नूं होर सवाइयां होर वध तो वध बख्शिशां जिहड़ियां वधदियां ही जांदियां ने चढ़दियां ही जांदियां हन। पार ब्रह्म फसमाना किया पापां पुन्नां तो परे परमात्मा अकाल पुरख वाहिगुरु ने कृपा करके न्याय कीता पख कीता। जिस दी वड्डी वड्याई राम जिस पार ब्रह्म परमात्मा दीयां वड्याइयां बहुत वड्डियां है वो भी पख करते हैं जिहड़े बाणी पढ़ते हैं सिमरन भजन करते हैं। महाराज सच्चे पातशाह बाणी विच कहंदे है कि भाई संसार परमात्मा ने भावें सारा पैदा किया ये संसार जिहड़ा है उस वाहिगुरू ने पैदा किया है पर जना का जिहड़ा पक्ष है ना वो निरारा ही है वो अड्डी है। किन्ना पक्ष लेंदे है कई कहंदे रब पक्षपात नहीं करता क्यों नहीं करता। भगत नामदेव जी उन्होंने सुल्तान ने फड़ लिया बन लिया उस समय के बादशाह ने कहता जां तां मरी गां जी नहीं करते जां मुसलमान बन जा नहीं तो तेनों मार देना।
भगत नामदेव जी कहते बादशाह मरिया होया कोई जिंदा नहीं हुंदा, जे परमात्मा चाहे तो हाँ फिर हो सकता है, मैं नहीं कुछ कर सकता। करह राम होई है सोए, जो राम परमात्मा करे वही होएगा, मैं नहीं कुछ कर सकता। मुसलमान नहीं मैं बनना, मैनू अपना धर्म प्यारा है। पिंड परै तो हर गुण गाओ, शरीर नाश हो जे तो हो जे, पर परमात्मा के गुण नहीं गाने छड़ने। भगतां ने बथेरे तरले लाए, बादशाह नूं क्या वड्डी लै ला, वड्डी तो भाव ये तो कहा नहीं कि तू वड्डियां लै ला, कहा कि भगत नामदेव के बराबर तुहानूं सोना दे देंगे, नामे सर पर सोना ले हो। भगत नामदेव जी के बराबर सोना लै लो। वो कहता नहीं, जे माल लवांगा मैं छड़ दांगा इनू तो दोजक च पावांगा, क्योंकि जिहो जी मत भरी है पांडे उन्होंने मुल्ला ने काजियां ने वो बैठी अंदर। वड्डी साखी वड्डा इतिहास है। अखीर विच भगत नामदेव जी के मन में फुरना आ गया, जो घड़ियाल वजा ना, जो दरबार साहब रात को किवाड़ खुलते हैं, आप जी उत्थे जो जाते होंगे जे तो सुनियो घड़ियाल वजदा है, अगों पिछों भी वजदा रहिंदा है, पर उदों विशेष करके फिर अमृत वेला हुंदा है, सब नूं सुनाई दिंदा है। 7 घड़ियां जो बतीत होईयां, 7 घड़ियां दा घड़ियाल वजा। भगत नामदेव जी के मन में फुरना आ गया कि परमात्मा रखिया करना आई नहीं अजे, उस वेले प्रगट हो गए। 7 घड़ी जब बीती सुनी, अजहो ना आयो त्रिभवन धनी। जो फुरना मन च आया ना तो की होया, पाखंतन बाज बजाएला, गोबिंद गरुड़ चढ़े गोबिंद आएला, गरुड़ चढ़े गोबिंद आएला। उस वेले परमात्मा जी प्रगट हो गए गरुड़ दे उत्ते। ते हुण आके की किया, गां जी दी करती नहीं, पहला भगत नामदेव जी नूं पुछया, कहे तो धरन ने कौडी करो, कहे धरती मुद्दी मारदा, कौडी करदा, पुठी करदा, टेढ़ी करदा, धरती मारी जान सारे। भगत नामदेव जी ने क्या होएगा, महाराज इन्होंने की बिगाड़िया, दुनिया ते इन्ना गुस्सा, एक भगत दे बदले सारी दुनिया नाश करने नूं तैयार है। कहा है तो धरन कौडी करो। भगत नामदेव जी ने क्या होएगा, नहीं ये नहीं करना। फिर दूसरा सवाल किया कि बादशाह दे उत्ते रखदा, यानी कि बादशाह नूं धरती च गर्क करदा। भगत नामदेव जी ने कहा नहीं, ताड़े बनाए जीव आ। फिर तीसरा बचन कहते हैं, कहा है तो बिस्मिल गऊ देव जीवाए, जे कहें तो मरी हुई गां जींदी कर दी है। भगत नामदेव जी ने क्या होना, हाँ महाराज सारी गल तो इत्थे ही है ना, ये झगड़ा तो इतों ही पैदा होया ना। बिस्मिल गऊ देव जीवाए, सब कोई देखा पतिया है, सब कोई वेख लवे, पति आए भरोसा आ जाए कि वाकया भगतां दी पैज रखदा, हर जुग जुग भगत उपाया, पैज रखदा आया राम राजे, हरणाखस दुष्ट हर मारिया, प्रहलाद तराया, अहंकारियां निंदकां पिठ दे, नाम देव मुख लाया। इस वास्ते वो भगतां दी पैज रखदा है, खसमाना करदा है। इथों बचन चलिया, भगतां दा बहुत पक्ष लैंदा है, न्याय करदा, भगतां दा पक्खी है। पार ब्रह्म खसमाना किया, जिस दी वड्डी वडियाई राम, जिस दी बहुत वड्डी वडियाई, बड़ी महिमा है। गां जींदी कर दिती, गऊ दुहाई बछरा मेल, वच्छा छड्ड के गां चोई, दुध भर के लैके मटकी बादशाह दे अगे रखी, उहदे ढिड च ऐसा सूल पैदा होया, तड़प तड़प के मंजे ते पैंदा, हुण टिका नहीं आउंदा। काजी मुल्ला जिन्ने सन वो सारे ही पढ़ते आके कोल, हुण काला इलम जिन्हों तुसीं कह दिंदे आम डरदे,
ਐ ਕਾਲਾ ਇਲਮ बड़ा जबरदस्त ਹੁੰਦਾ है। ਜਦੋਂ ਤੁਸੀਂ ਕੱਖ ਕਰਨਾ नहीं, बाणी पढ़नी नहीं, नाम जपना नहीं, रहत रखनी नहीं, तो फिर इलम तो तगड़ा होना ही। पर ਜਿਹੜੇ बाणी पढ़ते सिमरन भजन करते उन्हों के नेड़े नहीं कुछ भी आ सकता। रोगन ते अर सोगन ते जल जोगन ते बहु भात बचावै, सतर अनेक चलावत घाव तो तन एक न लागन पावै, रखत है अपनो करदै कर, पाप समूह न भेटन पावै, और की बात कहाँ कह तो सो पेट ही के पाट बीच बचावै। बहुती नहीं बाणी पढ़ी जाती। अमृत वेले जापजी साहब का पाठ करो, शाम नूं रहरास साहब जी का पाठ करो, दिने ऐसे शब्दों का जाप करते रहो। बिलावल महला पंजवा, ताती वाव न लग गई, पार ब्रह्म सरणाई, चौगिरद हमारा राम कर, दुख लग्या न पाई। रोगन ते अर सोगन ते जल जोगन ते बहु भांत बचावे। महाराज ने किन्ने शब्द सानू बख्शे है। 10वें पातशाह जी ने भी, साहिब गुरु ग्रंथ साहिब जी ने भी रख्या वास्ते ही है सारे। गुर का शब्द रखवारे, चौकी चौगिरद हमारे, राम नाम मन लगा, जम लज्जाए कर पागा। गुर का शब्द रखवारे, चौकी चौगिरद हमारे। 4 सपेरे पहरा लग जाता है। चौपहरा उत्थों ही शुरू होया है शब्द। शहीद सिंह सहाई होंदे पे, क्योंकि पुलिस ने ही मदद करनी है ना। जिस तरह आम दुनिया की कोई भी रिपोर्ट FIR आप पुलिस नूं लिखाउंदे थाने जाके, कि प्रधानमंत्री नूं लिखाउंदे। पुलिस फौज, खालसा अकाल पुरख की फौज, प्रगटे हो खालसा परमात्मा की मौज। खालसा सिक्योरिटी गार्ड है। हुण गुरमुखो सारी दुनिया की रक्षा करन दी खालसे की ड्यूटी है, शहीद सिंघां दी सेवा है। इस वास्ते इन्हां गल्लां शक नहीं करना चाहिए। जिन्हां ने महापुरखों गुरमुखां की संगत ही नहीं की, जिन्हां सिमरन भजन ही नहीं किया, उन्हां विचारे ज्ञानियां प्रचारकां नूं की पता ते की भरोसा। जो जे कच्चे पिल्लियां कोलों पढ़े है ओह जिहा उन्हां दा सिदक है। साहिब गुरु ग्रंथ साहिब जी महाराज विच ते कोई विरला ज्ञानी लीन है, बाकी अपने उस्तादां दी पढ़ाई पढ़ी हुई जिहड़ी पढ़ाई हुई है वो ही प्रचार करते हैं। इस वास्ते कहा कि पहला गुरु जिहड़ा हुंदा है वो खालसा ही है, सिख ही है। सिख कोलों ही सिक्ख्या सीखी जाती है। जो जो उस्तादां सिखां कोलों वो पढ़े है बेचारे, उन्हां को उन्हां नूं ज्ञान है। साहिब गुरु ग्रंथ साहिब जी महाराज गुरु नानक स्वरूप हन। ये तो भरोसा किसी विरले नूं है सिदक कि धन गुरु ग्रंथ साहिब ही गुरु नानक स्वरूप ने। तो गुरु नानक स्वरूप विच दर्शन भी हुंदे है, जोत रूप विच मिल भी गए। बाणी विच एक रस मिले हुए, दिन रात सिमरन ही करते रहंदे। ਜਿਹੜੇ टाइम खराब करते ही नहीं, समा खराब करते ही नहीं, हर टाइम बंदगी करते रहते, नाम ही जपते रहे, ना गाने सुनने, ना होर कुछ सुनना, ना इधर उधर दियाँ बाणी पढ़ते रहना। ऐसे विरले गुरमुखां दा संबंध साहिब गुरु ग्रंथ साहिब जी नाल है। बाकी तो अपने वर्गियां दा झूठा ही दावा कि असीं गुरु ग्रंथ साहिब नूं गुरु मनते हैं। नहीं भाई, अजे नहीं डर पाया सानू हैगा। सतगुरु कृपा करन। सो उस अकाल पुरख वाहिगुरु की वड्डी वडियाई है जिहड़ा अपने भगतां दा पक्ष करदा है, बख्शियां करदा है, न्याय करदा है। आद जुगाद भगतन का राखा। आदि आरंभ तो लै करके जदों आप स्वरूप अजे सुभाएमान सन, मोरे दैत इत्यादक जिहड़े सन उन्हां दा नाश कीता, ब्रह्मा की रख्या की। ते जुगाद जदों जुग इत्यादक बने, भगत प्रहलाद की रख्या की। फिर बाद दे विच उग्रसैन की रख्या की। उग्रसैन को राज दियो है ना, कृष्ण रूप हो करके रख्या की। फिर जो महापुरख बन करके, फिर रामचंद्र रूप हो करके, जां होर भी महापुरख गुरमुख जड़े उन्होंने रख्या की। कलयुग दे विच धन साहिब गुरु नानक देव जी महाराज स्वरूप हो करके प्रगटे। पार ब्रह्म परमात्मा जिहड़ा है सारे भगतां दी रख्या की है। ते कुछ समय वास्ते भी प्रगट होए, जिवें नित नमित किसे, जिवें प्रहलाद की रख्या वास्ते थोड़े समय लिए, भगत नामदेव की रख्या वास्ते जोत स्वरूप चों प्रगट होए ते अलोप हो गए, बहुता समा नहीं रहे। इस तरीके नाल
नित अवतार ने महापुरख ब्रह्म ज्ञानी है, झूठे संत नहीं ਜਿਹੜੇ केवल पेट पूर्ति वास्ते फेल हो गए ਜਾਂ घरों भज जाए तो नाम भी नहीं जपिया, सिमरन भजन नहीं किया, पखंड फैला लिया, उन्होंने संतां की गल नहीं मैं करता। पूर्ण ब्रह्म ज्ञानी नाम रसी वो नित अवतार ने। बाबा अतर सिंह जी मस्तूआणे वाले वर्गे, संत बाबा जरनैल सिंह जी खालसा वर्गे नित अवतार हैं परमात्मा दे। एक निमित्त अवतार होंदे है, किसी कारण किसी रीजन थोड़े समय वास्ते प्रगट होना, जिवें प्रहलाद की रख्या वास्ते, जिवें भगत नामदेव जी की रख्या वास्ते, जिवें भगत कबीर साहब जी का जग संपूर्ण कर ली, कबीर रूप हो गई प्रगट हो गए। जिवें सैन आई बुतकारिया वो घर घर सुनिया, उन्हां दी रख्या वास्ते वो भेख धारिया। ये निमित्त होंदे। एक पूर्ण अवतार जिवें साहिब गुरु नानक देव जी स्वरूप होए, कुछ अंसा अवतार होंदे है, कुछ कला अवतार होंदे है, बेअंत विस्तार है। जिवें रामचंद्र जी 14 कला किया है, कृष्ण जी ने 16 कला किया है, पुराने विद्वाना महापुरखों ने। पर गुरु नानक देव जी पूर्ण गुर अवतार ने। अनंत कला होए ठाकुर चढ़िया, अनेकां शक्तियां, सारियां ताकतां, ब्रह्म का स्वरूप जोत रूप, और आप गुरु नानक कहायो भगतां दी राखी करते हैं। सो प्रभ भया दयाला, वो प्रभु व्यापक स्वरूप ब्रह्म जड़ा वो दयालु, दया दे घर विच आया, कृपालु होए हन। जीव जंत सब सुखी वसाए, जिन्हें जीव छोटे ते वड्डे जिन्हें जंत हन सारिਆਂ ਨੂੰ सुखी वसाउणा कीता है। वड्डे भगत छोटे भगत जड़े हन सारिਆਂ ਨੂੰ सुख दिता है। जी प्रतख भी जंत जड़े सूखम हन, देवते इत्यादक उन्होंने भी कैदा विचों छुड़ाउंदे है, क्योंकि मंत्रां दे वस दे नाल, मंत्रां दे बल दे नाल किसी नूं भी वस किया जा सकता है, प्रेम दे नाल जां मंत्रां दे बल दे नाल। इस तरीके नाल जीव जड़े पुराने करया करते सी मंत्रां दे बल नाल भी वस कर लेंदे, ते उन्हां सारिਆਂ ਨੂੰ कैद विचों छुड़ा के ते सुखी वसाउंदे हन। रब आपे कार प्रतिपाला, परमात्मा अकाल पुरख वाहिगुरु आप ही प्रतिपालना करता है सारिਆਂ दी। दह देश पूर रहया जस स्वामी, दसों ही दिशावां दे विचों चढ़दा लहिंदा उत्तर दक्षिण, इन्हां दे कॉर्नर जिहड़े है नुकरां चढ़दे दी ते पहाड़ दी बाही, चढ़दे दी दक्षिण दी बाही, लहिंदे दी ते पहाड़ दी बाही, लहिंदा ते दक्षिण दी बाही, अपने पंजाबी विच आम कह दिंदे आ। अंग्रेजी दे विच इहनूं नॉर्थ ईस्ट, ईस्ट साउथ, वैसट नॉर्थ, वैसट साउथ इस तरह कह दिंदे। जिवें हुण अपने दरबार साहब दियां नुकरां आ भी दिशा ही है, ये भी तो साइड ही है ना। एक तो आ बिल्कुल सामने इधर नूं हो गया, एक पिछले पासे, एक अपने इधर कंध है, एक इधर, चार बन गए ना। तो इन्हां दियां नुकरां जिहड़ियां ये भी तो दिशावां ही है। एक आ छत वल दी, एक धरती वल दी, ये 10 दिशावां, यानी कि 4 चुफेरे सारे वो अकाल पुरख वाहिगुरू जिहड़ा है वो परिपूर्ण हो रहा है। ये 10 द्वारियां वाला जिहड़ा शरीर है ये भी वाहिगुरू परमात्मा जिहड़ा वो परिपूर्ण है। कीमत कहण ना जाई, ओदी वडियाई, ओदी कीमत, ओदा मुल किसी तरीके नाल भी ओदा वर्णन किया नहीं जा सकता है। कहो नानक सतगुर बलिहारी, धन साहिब गुरु अर्जन देव जी महाराज जी तीसरी वारी फिर वचन वेख लो क्या कहते, पूरे गुरु तो बलिहार जाइए। सतगुरु साहिब गुरु नानक देव जी महाराज, धन सतगुरु गुरु रामदास जी, धन सतगुरु साहिब गुरु ग्रंथ साहब जी महाराज तो बलिहार जाइए। जिन अब चल नीव रखाई, जिन्हों ने आप कृपा करके साहिब गुरु अर्जन देव जी महाराज जी के हथों श्री हरमंदर साहब की नींव रखाई सी, उन्होंने कृपा की, उन्होंने सतगुरां तो बलिहार जाइए। श्री हरमंदर साहब जी नूं खत्म करने वास्ते दुनिया ने अज तक किन्ने यतन किए कह ही नहीं जा सकते।
अहमद शाह अब्दाली ने ਨੀਹਾਂ ਵਿੱਚ ਬਰੂਦ ਰੱਖ ਕੇ ਸਾਰੇ ਸ੍ਰੀ ਹਰਿਮੰਦਰ ਸਾਹਿਬ ਹੀ ਉਡਾ ਦਿੱਤਾ। ਕਿਉਂ? ਇਹ ਇੱਥੇ ਇਸ਼ਨਾਨ ਕਰਕੇ ਸਿੱਖ ਤਾਕਤਾਂ ਲੈਂਦੇ, ਸ਼ਕਤੀਆਂ ਲੈਂਦੇ, ਅਤੇ ਸਾਡੇ ਮੂਰਖ ਅੱਜ ਦੇ ਪ੍ਰਚਾਰਕ ਉਹਨਾਂ ਨੂੰ ਸਮਝ ਹੀ ਨਹੀਂ ਆਈ ਇਸ ਗੱਲ ਦੀ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਵਿਸ਼ੇਸ਼ ਬਖਸ਼ਾਂ ਰੱਖੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਵਿਸ਼ੇਸ਼ ਆਪਣਾ ਸਰੂਪ ਹੀ ਰੱਖ ਦਿੱਤਾ, ਗੁਰੂ ਜੋਤ ਜਿਹਨੂੰ ਆਪਾਂ ਕਹਿੰਦੇ। ਗੁਰਮੁਖੋ ਸ਼ਕਤੀਆਂ ਨੇ ਵਿੱਚ, ਜੇ ਸ਼ਕਤੀ ਨਾ ਹੋਵੇ ਫਿਰ ਕੁਛ ਨਹੀਂ ਹੋ ਸਕਦਾ ਹੁੰਦਾ। ਹੁਕਮ ਦੀ ਸ਼ਕਤੀ ਹੁੰਦੀ ਹੈ, ਬਾਹਰੋਂ ਕੋਈ ਥੋੜੀ ਚੀਜ਼ ਬਦਲਦੀ ਹੈ। ਇਹਦੇ ਵਾਸਤੇ ਮੈਨੂੰ ਸਤਿਗੁਰਾਂ ਨੇ ਪ੍ਰਮਾਣ ਚੇਤੇ ਕਰਾਇਆ ਹੈ। ਆਪਣੇ ਅੱਖਾਂ ਦੇ ਵਹਿੰਦੇ ਵਹਿੰਦੇ ਹੀ 1000 ਤੇ 500 ਦਾ ਨੋਟ ਬੰਦ ਹੋਇਆ ਨਾ, ਕੀ ਉਹਦੀ ਕੋਈ ਸ਼ਕਲ ਸੂਰਤ ਬਦਲੀ? ਅੱਜ ਵੀ ਕਿਸੇ ਨੂੰ ਫੜਾ ਦਿਓ, ਸਿਆਣੇ ਬੰਦੇ ਨੇ ਵੇਖ ਕੇ ਕਹਿਣਾ ਇਹ ਹਰਿਆ ਜਾ, ਇਹ ਤੇ ਬੰਦ ਕਰ ਦਿੱਤਾ, ਮੋਦੀ ਨੇ ਬੰਦ ਕਰਤਾ। ਲੈਣਾ ਕਿਸੇ ਨੇ? ਉਹਦਾ ਕੁਛ ਘਟਿਆ ਤੇ ਨਹੀਂ ਸੀ। ਉਹਦੇ ਤੋਂ ਨਾ ਤਾਂ ਗਵਰਨਰ ਦੇ ਸਾਈਨ ਗਾਇਬ ਹੋਏ, ਨਾ ਉਹਦੇ ਵਿੱਚੋਂ ਤਾਰ ਜਿਹੜੀ ਪਈ ਸੀ ਹਰੇਜੇ ਰੰਗ ਦੀ ਉਹ ਵੀ ਗਾਇਬ ਹੋਈ, ਉਹ ਵੀ ਵਿੱਚ ਸੀ, ਚੰਗਾ ਭਲਾ ਸਭ ਕੁਛ ਹੀ। ਕੇਵਲ ਉੱਤੋਂ ਆਰਡਰ ਆਇਆ, ਹੁਕਮ ਆਇਆ ਕਿ ਇਹ 500 ਦਾ ਤੇ 1000 ਦਾ ਨੋਟ ਬੰਦ, ਤੇ ਇੰਨੀ ਤਰੀਕ ਤੱਕ ਜਿਹੜੇ ਬੈਂਕ ਵਿੱਚ ਜਮ੍ਹਾਂ ਕਰ ਦੇਣਗੇ ਉਹਨਾਂ ਨੂੰ 1000 500 ਜਿੰਨਾ ਜਮ੍ਹਾਂ ਕਰੋਗੇ ਉਹ ਮਿਲ ਜਾਏਗਾ। ਤੇ ਉਹ ਡੇਟ ਲੰਘ ਗਈ, ਅੱਜ ਹੁਣ ਲੈ ਕੇ ਜਾਓ, ਲੈ ਬੈਂਕ ਵਾਲੇ ਵੀ ਨਹੀਂ ਲੈਂਦੇ। ਗੱਲ ਤੇ ਹੁਕਮ ਦੀ ਹੈ ਗੁਰਮੁਖੋ, ਹੁਕਮ ਵਿੱਚ ਤਾਕਤ ਹੁੰਦੀ ਹੈ। ਇਸੇ ਵਾਸਤੇ ਮਹਾਰਾਜ ਜੀ ਨੇ ਕਿਹਾ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਸਰੂਪ, ਇਹਨਾਂ ਦੇ ਵਿੱਚ ਜੋਤ ਸਰੂਪ ਵੀ ਹੈ ਜਿਹੜਾ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਅੰਦਰ ਦੀਆਂ ਅੱਖਾਂ, ਮਨ ਬੁੱਧੀ ਦੀਆਂ ਅੱਖਾਂ ਜਦੋਂ ਖੁੱਲ੍ਹਦੀਆਂ ਉਹਨਾਂ ਦੁਆਰਾ ਦਰਸ਼ਨ ਹੁੰਦੇ ਆ। ਉਹ ਜਿਹੜੇ ਉਹ ਅਬਿਨਾਸੀ ਦਰਸ਼ਨ ਨੇ। ਇਹ ਸਰੀਰ ਤਾਂ ਬਿਰਧ ਹੋ ਜਾਏਗਾ, ਇਹ ਅੰਗ ਬਿਰਧ ਹੋ ਜਾਣਗੇ। ਇਹ ਸਾਡੇ ਦਰਸ਼ਨਾਂ ਵਾਸਤੇ, ਇਹਨਾਂ ਚਮਦੀਆਂ ਅੱਖਾਂ ਦੇ ਵਾਸਤੇ ਸਰੂਪ ਧਾਰਨ ਕੀਤਾ ਹੈ ਬਾਣੀ ਤੇ ਕਾਗਜ਼ ਜਿਹੜੇ ਨੇ। ਜਿਵੇਂ ਸਾਡਾ ਸਰੀਰ ਵੀ ਬਜ਼ੁਰਗ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਇੱਕ ਦਿਨ ਇਹ ਵੀ ਸਰਗੁਣ ਸਰੂਪ ਹੈ ਨਾ, ਪਰ ਨਿਰਗੁਣ ਸਰੂਪ ਬ੍ਰਹਮ ਅਬਿਨਾਸੀ ਸਰੂਪ ਵੀ ਹੈ ਇਹਦੇ ਵਿੱਚ। ਸਾਧ ਸੰਗਤ ਜੀ, ਉਹ ਨੀਂਵ ਜੁਗੋ ਜੁਗ ਰੱਖੀ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਸੰਗਤ ਦੇ ਵਿੱਚ ਬਖਸ਼ਾਂ ਨੇ, ਜਿਹੜਾ ਆਵੇ ਸੇਵਾ ਕਰ ਲਏ, ਹਾਜ਼ਰੀਆਂ ਭਰ ਲਵੇ, ਲੈ ਲਵੇ ਫਲ। ਇਹ ਨੀਂਵ ਸਤਿਗੁਰਾਂ ਨੇ ਅਬਿਨਾਸੀ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਨੇ ਰੱਖੀ ਹੈ। ਗਿਆਨ ਧਿਆਨ ਪੂਰਨ ਪਰਮੇਸ਼ਰ, ਭਾਈ ਉਹਨਾਂ ਦਾ ਗਿਆਨ, ਉਸ ਬ੍ਰਹਮ ਦਾ ਧਿਆਨ, ਉਹ ਪਰਿਪੂਰਨ ਜਿਹੜਾ ਪਾਰ ਬ੍ਰਹਮ ਹੈ। ਹਰ ਹਰ ਕਥਾ ਨਿਤ ਸੁਣੀਐ ਰਾਮ, ਜੋ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਹੈ, ਸਾਰੇ ਥਾਵਾਂ ਤੇ ਵਿਆਪਕ ਹੈ। ਉਹਦੀ ਕਥਾ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸੁਣੋ ਭਾਈ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਅੰਦਰ ਕਥਾ ਹੁੰਦੀ, ਬਾਅਦ ਵਿੱਚ ਗਿਆਨੀ ਆਪਣੀਆਂ ਹੀ ਜੋ ਵੇਦਾਂ ਪੁਰਾਣਾਂ ਸ਼ਾਸਤਰਾਂ ਦੀਆਂ ਬਹੁਤੀਆਂ ਗੱਲਾਂ ਕਰਨ ਲੱਗ ਪਏ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਕਹਿੰਦੇ ਫਿਰ ਉਸ ਸਮੇਂ ਪੰਥ ਨੇ, ਸੰਗਤ ਨੇ ਨਿਰਣਾ ਕੀਤਾ ਕਿ ਹੁਣ ਹਰਿਮੰਦਰ ਸਾਹਿਬ ਵਿੱਚ ਨਿਰੋਲ ਕੀਰਤਨ ਹੀ ਹੋਏਗਾ। ਜਿਹੜੇ ਸੰਤ ਮਹਾਂਪੁਰਸ਼ ਸਨ, ਬ੍ਰਹਮ ਗਿਆਨੀ ਗਿਆਨੀ ਸੰਤ ਸਿੰਘ ਜੀ ਟਕਸਾਲ ਦੇ ਮੁਖੀ ਵੀ ਹੋਏ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ। ਉਹਨਾਂ ਦੇ ਸਮੇਂ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਥਾ ਹੁੰਦੀ ਰਹੀ ਹੈ। ਉਹਨਾਂ ਦੇ ਬਾਰੇ ਬਾਬਾ ਸ਼ਾਮ ਸਿੰਘ ਜੀ ਜਿਹੜੇ ਸਰੰਦੇ ਨਾਲ ਕੀਰਤਨ ਕਰਦੇ ਸਨ, ਉਹਨਾਂ ਨੇ ਪੋਥੀ ਲਿਖੀ ਆ ਪ੍ਰੇਮ ਪਰਚੀਆਂ। ਉਹ ਹੱਥ ਲਿਖਦੀ ਹੈ, ਉਹਨਾਂ ਦਾ ਹੁਕਮ ਹੈ ਕਿ ਇਹ ਛਾਪਣੀ ਨਹੀਂ ਹੈ। ਉਹਦੇ ਵਿੱਚ ਉਹ ਗਿਆਨੀ ਸੰਤ ਸਿੰਘ ਜੀ ਮਹਾਂਪੁਰਸ਼ਾਂ ਬਾਰੇ ਲਿਖਦੇ ਆ ਕਿ ਉਹਨਾਂ ਦੀ ਕਥਾ ਦੇ ਵਿੱਚ ਇੰਨੀ ਖਿੱਚ ਸੀ, ਇੰਨਾ ਰਸ ਸੀ ਕਿ ਪ੍ਰਕਰਮਾਂ ਵਿੱਚ ਵੀ ਸੰਗਤ ਬਹਿ ਜਾਂਦੀ ਹੁੰਦੀ, ਜਿੱਥੋਂ ਤੱਕ ਆਵਾਜ਼ ਜਾਂਦੀ
ਤੁਰਦਾ ਵੀ ਜੇ ਕਿਤੇ ਬਾਜ਼ਾਰ ਦੇ ਵਿੱਚੋਂ ਦੀ ਲੰਘਦਾ ਉਹਦੇ ਕੰਨੀ ਆਵਾਜ਼ ਪੈਂਦੀ ਕਥਾ ਦੀ ਤੇ ਉਹ ਵੀ ਆ ਕੇ ਬਹਿ ਜਾਂਦਾ। ਤੇ ਉਹਨਾਂ ਤੇ ਇੱਥੋਂ ਤੱਕ ਲਿਖਿਆ ਕਹਿੰਦੇ ਉੱਡਦੇ ਪੰਛੀ ਵੀ ਬੈਠ ਜਾਂਦੇ ਸਨ, ਇੰਨਾ ਰਸ ਸੀ। ਤੇ ਭੈ ਕਿਸੇ ਦਾ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪਹਿਰੇਦਾਰ ਨੂੰ ਭੇਜਿਆ, ਸੇਵਾਦਾਰ ਨੂੰ, ਕਿ ਜਾਓ ਗਿਆਨੀ ਜੀ ਨੂੰ ਬੁਲਾ ਕੇ ਲਿਆਓ। ਉਹ ਆਇਆ, ਰਣਜੀਤ ਸਿੰਘ ਜੀ ਦਾ ਸੁਨੇਹਾ ਦਿੱਤਾ, ਮਹਾਰਾਜਾ ਰਣਜੀਤ ਸਿੰਘ ਦਾ। ਉਹਨਾਂ ਗੁੱਟ ਤੋਂ ਫੜ ਲਿਆ, ਕਹਿੰਦੇ ਭਾਈ ਕਥਾ ਦਾ ਟਾਈਮ ਹੋ ਗਿਆ, ਆ ਜਾ ਚੱਲੀਏ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚਲੇ ਗਏ। ਕੁਝ ਸਮੇਂ ਬਾਅਦ ਦੂਸਰੇ ਨੂੰ ਭੇਜਿਆ, ਉਹ ਵੀ ਆ ਕੇ ਕਥਾ ਸੁਣਨੀ ਬਹਿ ਗਿਆ। ਕਥਾ ਹੋ ਰਹੀ, ਜਦੋਂ ਕੋਈ ਵੀ ਵਾਪਸ ਨਾ ਮੁੜੇ, ਫਿਰ ਮਹਾਰਾਜਾ ਰਣਜੀਤ ਸਿੰਘ ਆਪ ਆਇਆ ਤੇ ਆਪ ਆ ਕੇ ਵੀ ਕਥਾ ਵਿੱਚ ਬੈਠਾ ਰਿਹਾ। ਕਥਾ ਸੁਣੀ, ਕੋਈ ਗੱਲ ਨਹੀਂ ਉਹਨਾਂ ਕੀਤੀ। ਹਰਿਮੰਦਰ ਸਾਹਿਬ ਜੀ ਦੇ ਵਿੱਚ ਅਰਦਾਸ ਹੋਈ, ਦੇਗ ਵਰਤੀ, ਪ੍ਰਸ਼ਾਦ ਲਿਆ, ਉੱਠ ਕੇ ਬਾਹਰ ਨਿਕਲ ਆਏ। ਮਹਾਂਪੁਰਖ ਸੰਤ ਗਿਆਨੀ ਸੰਤ ਸਿੰਘ ਜੀ ਅੱਗੇ ਅੱਗੇ ਚਲੇ ਜਾ ਰਹੇ ਨੇ। ਕੋਈ ਗੱਲਬਾਤ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲੇ, ਡਿਓੜੀ ਤੋਂ ਬਾਹਰ ਨਿਕਲੇ, ਮੱਥਾ ਟੇਕਿਆ। ਪਰਿਕਰਮਾ ਤੋਂ ਬਾਹਰ ਨਿਕਲ ਕੇ ਜਦੋਂ ਬਾਜ਼ਾਰ 'ਚ ਆ ਗਏ, ਕਹਿੰਦੇ ਦੱਸ ਹੁਣ ਤੇਰਾ ਰਾਜ ਸ਼ੁਰੂ ਹੋ ਗਿਆ। ਬਾਂਹ ਤੋਂ ਫੜਿਆ ਤੇ ਅੱਗੇ ਕਰ ਦਿੱਤਾ, ਕਹਿੰਦੇ ਚੱਲ ਅੱਗੇ ਲੱਗ, ਹੁਣ ਤੇਰਾ ਰਾਜ। ਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਵੇਂ ਹੱਥ ਜੋੜ ਕੇ ਚਰਨ ਫੜ ਲਏ, ਕਹਿੰਦੇ ਧੰਨ ਤੁਸੀਂ, ਧੰਨ ਤੁਹਾਡਾ ਪ੍ਰੇਮ ਸਾਹਿਬ ਗੁਰੂ ਰਾਮਦਾਸ ਜੀ ਨਾਲ। ਐਸੇ ਬੇਪਰਵਾਹ ਗੁਰਮੁਖ ਮਹਾਂਪੁਰਖ। ਉਹਨਾਂ ਦੇ ਸਮੇਂ ਤੱਕ ਹਰਿਮੰਦਰ ਸਾਹਿਬ ਵਿੱਚ ਕਥਾ ਹੋਈ। ਫਿਰ ਆਪਣੀਆਂ ਥੋੜ੍ਹੀਆਂ ਬਹੁਤ, ਗਿਆਨੀ ਗੁਰਮੁਖ ਸਿੰਘ ਵੀ ਸ਼ਹੀਦ ਹੋ ਗਏ। ਹੀਰਾ ਸਿੰਘ ਨੇ, ਜੋ ਧਿਆਨ ਸਿੰਘ ਡੋਗਰੇ ਦਾ ਲੜਕਾ ਸੀ, ਉਹਨੇ ਕਰਾ ਦਿੱਤੇ। ਉਸ ਤੋਂ ਬਾਅਦ ਕਥਾ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਨਹੀਂ, ਪਰਿਕਰਮਾ 'ਚ ਜਾਂ ਹੁਣ ਜਿੱਥੇ ਮੰਜੀ ਸਾਹਿਬ ਹੁੰਦੀ ਉੱਥੇ ਹੁੰਦੀ ਹੈ। ਨਿਰੋਲ ਗੁਰਬਾਣੀ ਦੀ ਕਥਾ, ਹੋਰ ਕੋਈ ਨਹੀਂ। ਬੱਚਿਆਂ ਨੇ ਇੱਧਰੋਂ ਉੱਧਰੋਂ ਅਰਥ ਕਰਨੇ, ਪ੍ਰਮਾਣ ਦੇਣੇ ਭਾਈ ਗੁਰਦਾਸ ਸਾਹਿਬ ਜੀ ਦੇ, ਜਾਂ ਕੋਈ ਢੁੱਕਦੀ ਸਾਖੀ ਇਤਿਹਾਸ ਦੀ ਸੁਣਾ ਦੇਣੀ ਕੋਈ ਜ਼ਰੂਰੀ ਹੈ ਜਿਹੜੀ, ਨਹੀਂ ਤੇ ਨਹੀਂ। ਇਸ ਵਾਸਤੇ ਪੂਰਨ ਗਿਆਨ ਤੇ ਧਿਆਨ ਦੇ ਬਚਨ, ਵਾਹਿਗੁਰੂ ਪਰਮਾਤਮਾ ਦੇ ਗਿਆਨ, ਉਹਨਾਂ ਦੀ ਕਥਾ ਹੀ ਨਿਤ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸੁਣੀ ਜਾਂਦੀ ਹੈ। ਅਨਹਦ ਚੋਜ ਭਗਤ ਭਵ ਭੰਜਨ, ਜਿਹੜਾ ਹੱਦ ਤੋਂ ਰਹਿਤ ਪਰਮਾਤਮਾ, ਉਹਦੇ ਚੋਜ ਜਿਹੜੇ ਕੌਤਕ ਨੇ, ਜੋ ਸੰਸਾਰ ਨੂੰ ਭੰਨਣ ਵਾਲਾ ਪਰਮਾਤਮਾ ਨਾ, ਉਹਦੀਆਂ ਖੇਡਾਂ, ਉਹਦੇ ਕੌਤਕ ਜਿਹੜੇ ਭਗਤਾਂ ਨਾਲ ਹੁੰਦੇ ਹਨ। ਅਨਹਦ ਵਾਜੇ ਧੁਨੀਆਂ ਰਾਮ, ਜਾਂ ਤੇ ਉਹ ਸੁਣਾਏ ਜਾਂਦੇ ਸਾਖੀਆਂ ਵਿੱਚ, ਤੇ ਜਾਂ ਫਿਰ ਅਨਹਦ ਹੱਦ ਤੋਂ ਰਹਿਤ ਜਿਹੜੀ ਬਾਣੀ ਹੈ, ਇਹਦੀ ਧੁਨੀ ਜਿਹੜੀ ਹੈ ਉਹ ਵੱਜਦੀ ਰਹਿੰਦੀ ਹੈ, ਕੀਰਤਨ ਹੁੰਦਾ ਹੈ। ਅਨਹਦ ਝੁਣਕਾਰੇ ਤਤ ਵਿਚਾਰੇ, ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਦੇ ਗਿਆਨ ਦੇ ਵਿੱਚ ਸਦਾ ਲੀਨ ਰਹਿੰਦੇ ਆ, ਕਿ ਉਹ ਤਾਂ ਸਰਬ ਵਿਆਪਕ ਹੈ, ਸਰਬ ਪ੍ਰਤਪਾਲਕ ਹੈ, ਸਰਬ ਕਾਲਕ ਹੈ, ਗਰਭ ਗੰਜਨ ਹੈ, ਦੁਸ਼ਟ ਭੰਜਨ ਹੈ। ਧਿਆਨ ਜਿਹੜਾ ਧਾਰਦੇ ਹੈ, ਸਾਰੇ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਹਰ ਇੱਕ ਦੇ ਅੰਦਰ ਹੀ ਹੈ। ਐਸਾ ਧਿਆਨ ਧਾਰਦੇ। ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ ਹੋਏ, ਜਿਹੜੇ ਉਹ ਪੁੱਛਣ ਲੱਗੇ ਨਾਲ ਦੇ ਸੇਵਕ ਨੂੰ, ਗੁਰਮੁਖ ਨੂੰ, ਕਹਿੰਦੇ ਭਾਈ ਕੁਰਸੀ ਵਿੱਚ ਰੱਬ ਹੈਗਾ? ਜਿਹੜੀ ਕੁਰਸੀ ਤੇ ਬੈਠਾ ਇਹ 'ਚ ਰੱਬ ਹੈਗਾ? ਲੱਕੜ ਦੀਆਂ ਕੁਰਸੀਆਂ ਹੁੰਦੀਆਂ ਪਹਿਲਾਂ। ਚੁੱਪ ਰਹਿ ਕਿੰਨਾ ਚ। ਉਹ ਸੇਵਾਦਾਰ ਕਹਿਣ ਲੱਗਾ ਜੀ ਹਾਂਜੀ ਹੈ। ਕਹਿੰਦੇ ਇਹ ਜਿਹੜੀ ਲੱਕੜ ਹੈ, ਇਹਦੇ ਵਿੱਚ ਜਿਹੜਾ ਕੀੜਾ ਹੈ, ਉਹਦੇ ਅੰਦਰ ਵੀ ਰੱਬ ਹੈ, ਕਿਉਂਕਿ ਲੱਕੜ ਨੂੰ ਘੁਣ ਜਾਂ ਕੀੜਾ ਲੱਗਾ ਹੀ ਹੁੰਦਾ। ਕਹਿੰਦੇ ਇਹਦੇ ਅੰਦਰ ਵੀ ਰੱਬ ਹੈ। ਫਿਰ ਕਹਿਣ ਲੱਗੇ ਜਿਹੜੀ ਗੰਦਗੀ ਹੁੰਦੀ ਹੈ, ਉਹ 'ਚ ਵੀ ਰੱਬ ਹੁੰਦਾ। ਚੁੱਪ ਰਹੇ। ਸੇਵਾਦਾਰ ਕਿੰਨੀ ਦੇਰ ਸੋਚਿਆ, ਵਿਚਾਰਿਆ। ਕਹਿੰਦੇ ਹਾਂ ਮਹਾਰਾਜ, ਕਹਿੰਦੇ ਜਿਹੜੇ ਕੀੜੇ ਹੈ, ਜਿਨ੍ਹਾਂ ਵਿੱਚ ਜਾਨ ਹੈ, ਉਹਨਾਂ ਵਿੱਚ ਚੇਤਨ ਸੱਤਾ ਉਹਦੀ ਹੈ ਨਾ। ਤੇ ਮਹਾਂਪੁਰਖ ਫਿਰ ਚੁੱਪ ਰਹੇ। ਬਾਬਾ ਦਲੇਲ ਸਿੰਘ ਤੇ ਹੱਸ ਪਏ। ਕਹਿੰਦੇ ਫਿਰ ਥੋੜ੍ਹੀ ਥੋੜ੍ਹੀ ਕਿਰਪਾ ਹੋਣ ਲੱਗ ਪਈ ਹੈ। ਜੇ ਇੰਨੀ ਸੋਚ ਸੂਖਸ਼ਮ ਹੋ ਜਾਵੇ
इत्थे दे बंदे विच एक दूजे इंसानां विच रब नहीं समझते। जिहड़े इहदे अंदर ये सोच आउण लग पवे कि भावें गंदगी दे कीड़े ने, भावें कोई कीड़े ने, जिहड़े भी परमात्मा दे बनाए होए ने उन्हां सारियां 'च उहदी चेतन सत्ता। ये समझो किरपा दे राह ते तुर पिया। ऐसे जिहड़े भगत गुरमुख हन ना, वो महापुरखों कोलों ही बचन नित सुने जा सकते। अनहद चोज ये हद तो रहत कौतक नहीं। ये महापुरखों गुरमुखां नूं भगत भव भंजन, ये जिहड़े भगत है ना, उन्होंने संसार का जम्मण मरण का जिहड़ा डर है वो भन्न दिंदा है। ऐसे भगतां नूं महाराज जी ऐसी सोझी करवाउंदा है। तो ऐसे भगतां दे हिरदे विच फिर अनहद वाजे जिहड़े है, हद तो रहत नाम दे वाजे जिहड़े धुनियां प्रगट हो पैंदियां। अनहद चुणकारे ते हद तो रहत उन्हां दे अंदर नाम दी चरनाहट, गुरमुख रोम रोम हर ध्यावै, ऐसियां बख्शां हुंदियां ते तत सिद्धांत दी वो फिर विचार भी करते हैं कि सारे थावां ते वसदा है। संत गोष्ठ नित होवै, ते फिर कई बार प्रगट हो करके अपने संतां भगतां दे नाल विचार भी करते हैं गुरु ग्रंथ साहिब जी। एक गुरमुख प्यारे वो कहंदे मैं जा रहा सी प्रकर्मां दे विच ते दुख भंजनी बेरी ते उत्थे जदों बराबर पहुंचिया ते आवाज़ आई, कहण लगे पुत्र जी मैं इधर हाँ। कहते मैं पिछे मुड़ के देखा की है, साहिब गुरु ग्रंथ साहिब जी सामने प्रकर्मा दे विच 6-7 फुट उच्चे दिखाई दे रहे। जिस तरह वो पाठी सिंह उत्थे श्री हरमंदर साहब आपां दुख भंजनी बेरी पहुँचो, उत्थे पहला 2 स्वरूप प्रकाश होंदे, 2 अखंड पाठ साहब चलते ही, हुण एक ही है। वो कहते मैनू दर्शन हो रहे प्रकर्मा विच दोवें गुरु ग्रंथ साहिब जी के स्वरूप दर्शन दे रहे। ते आवाज़ आई पुत्र जी अहीं कदों दे तैनूं उडीक रहे ते तू एडी छेती गांह नूं चल गया। ये उन्हां नूं आवाज़ आउंदी जिहड़े जुड़े ही रहिंदे, बाणी पढ़ते रहिंदे, सिमरन करते रहिंदे। उन्होंने साहिब गुरु ग्रंथ साहिब जी जिस तरह आप आपस च गल्लां करते इस तरह ही करते उन्हां नाल। महाराज जी इत्थे बचन कह रहे हैं संत गोष्ठ नित होवै, उन्हां नाल गोष्ठी चर्चा भी नित जिहड़ी है वो साहिब गुरु ग्रंथ साहिब जी महाराज करते हैं। हर नाम आराधा है मैल सब काटा है, ते नाम आराधे होए भाई नाम सिमरन करते हो, अपनी मैल तो उन्हें कट्टी कट्टी है, दूजियां दी भी सारी कट देंदे हन। किल विख सगले खोवै, ते बजर पाप भी संगत विच मिला के नाश कर देंदे हन। जन्म न मरना आवन जाना, जेड़े ऐसे श्री हरमंदर साहिब विच बैठते हैं, जेड़े ऐसे साहिब गुरु ग्रंथ साहिब जी जेड़े जम्मण मरण दूर करते हैं, उन्हां दी सत्संगत करते हैं, कथा कीर्तन जेड़े नित सुनते सिमरन करते हैं, धन गुरु ग्रंथ साहिब जी उन्हां दा जम्मण ते मरण दुनिया विच आउणा जाना मन दा भजना सब नाश कर दिंदे हन। फिर दोबारा उन्हां नूं जूना विच नहीं पाया जांदा। गुर परमेश्वर पाया, धन साहिब गुरु नानक देव जी गुरु अर्जन देव जी कहते जिन्हों ने साहिब गुरु रामदास जी परमेश्वर रूप श्री हरमंदर साहिब चों पा लए, जिन्हां परमेश्वर रूप साहिब गुरु ग्रंथ साहिब जी पाए हैं। जिस प्रसाद इच्छ पुनिया, जिस जिन्हां दी प्रसाद कृपा नाल, जिन्हां दी बख्शिश नाल, धन गुरु ग्रंथ साहिब की कृपा नाल सारियां इच्छावां पूरियां हो जांदियां। अज भी साहिब गुरु ग्रंथ साहिब जी कृपा मेहरां करते हैं। धन सतगुरु साहिब गुरु ग्रंथ साहिब जी महाराज ने कृपा की, मेहरां कीतियां ने। साध संगत जी फिर दोबारा बेनती, ये उस दिन श्री मुखवाक आए जिस दिन धन साहिब गुरु ग्रंथ साहिब जी गुरता गति बख्शिश की हजूर साहिब दे विच आपां ये बचन सरवण किए हैं। 10 पासों कथा करते हैं, बेअंत बेअंत पुल्लां होइयां पुल्लां दी माफ़ी अगे वास्ते समत बख्शे। तह जन्म न मरना आवन जाना, बहुड़ ना पाइया जोनिया, नानक गुर परमेश्वर पाया, जिस प्रसाद इच्छ पुनिया। वाहिगुरु जी का खालसा